ਰਿੰਗ ਤੇ ਡਿਸਕ ਦਾ ਸਾਰਿਆਂ ਨੂੰ ਡਿਫਰੈਂਸ ਜਿਹਾ ਪਤਾ ਲੱਗ ਗਿਆ ਸੀਗਾ। ਰਿੰਗ ਦੇ ਵਿੱਚ ਕੀ ਕਰਦੇ ਹੁੰਦੇ ਆਪਾਂ ਲੈਂਥ ਲੈ ਲੈਂਦੇ ਹਾਂ, ਤੇ ਡਿਸਕ ਵਿੱਚ ਕੀ ਲੈ ਲੈਂਦੇ ਹਾਂ ਆਪਾਂ ਏਰੀਆ। ਠੀਕ ਹੈ, ਤਾਂ ਹੁਣ ਮੈਂ ਰਿਪੀਟ ਕਰੂੰਗਾ ਕੱਲ ਵਾਲੇ ਆਰਟੀਕਲ, ਫਿਰ ਆਪਾਂ ਥੋੜਾ ਹੀ ਅੱਜ ਵਾਲਾ ਜ਼ਿਆਦਾ ਨਹੀਂ ਕਰਵਾਉਂਗਾ ਜਾਣ ਬੁੱਝ ਕੇ। ਕੱਲ ਤੁਹਾਡਾ ਟੈਸਟ ਹੈਗਾ 4th ਯੂਨਿਟ ਦਾ, ਠੀਕ ਹੈ, ਤਾਂ ਅੱਜ ਵਾਲਾ ਮੈਂ ਕੁਝ ਜ਼ਿਆਦਾ ਨਹੀਂ ਕਰਵਾਉਂਗਾ, ਬਸ ਕੱਲ ਵਾਲੀ ਜਿਹੜੀ ਚੀਜ਼ਾਂ ਦੀ ਉਹ ਰਿਪੀਟ ਕਰਾਂਗੇ ਆਪਾਂ। ਥਿਊਰੀ ਹੈ, ਥਿਊਰੀ ਕਰਨੀ ਈਜ਼ੀ ਹੋ ਜਾਂਦੀ ਹੈ ਆਪਣੇ ਕੋਲ। ਸਭ ਤੋਂ ਪਹਿਲਾਂ ਆਪਾਂ ਰਿੰਗ ਵਾਸਤੇ ਦੇਖਾਂਗੇ। ਰਿੰਗ ਵਾਸਤੇ ਕੀ ਹੋਊਗਾ ਆਪਣੇ ਕੋਲ, ਆ ਰਿੰਗ ਹੈ, ਰਿੰਗ ਦਾ ਰੇਡੀਅਸ ਕੀ ਹੋਊਗਾ r, ਆ ਐਕਸਿਸ ਹੋ ਜਾਊਗਾ z। ਸਾਰਿਆਂ ਨੇ ਨੋਟ ਕਰਨਾ, ਨਾਲੇ ਸਾਰਿਆਂ ਦਾ ਮਤਲਬ ਸਾਰਿਆਂ ਨੇ ਨੋਟ ਕਰਨਾ ਹੈ, ਬਿਨਾਂ ਨੋਟ ਕੀਤੇ ਤੁਹਾਨੂੰ ਕਲੀਅਰ ਨਹੀਂ ਹੋਣ ਲੱਗੀ ਚੀਜ਼। ਸਮਾਲ ਐਲੀਮੈਂਟ ਲਵਾਂਗੇ ਜਿਹਦੀ ਲੈਂਥ ਕਿੰਨੀ ਹੋਊਗੀ dx, ਮਾਸ ਕਿੰਨਾ ਹੋਊਗਾ dm। ਠੀਕ ਹੈ, ਜੇ ਆਪਣੇ ਕੋਲ ਇਹਦੀ ਲੈਂਥ ਕਿੰਨੀ ਹੈ, ਜੇ ਆਪਣੇ ਕੋਲ ਲੈਂਥ 2 ਪਾਈ r ਹੋਗੀ, then ਮਾਸ ਕਿੰਨਾ ਹੋਊਗਾ m। ਜੇ ਲੈਂਥ 1 ਹੋ ਜੂਗੀ, ਮਾਸ ਕਿੰਨਾ ਹੋ ਜਾਊਗਾ m/2 ਪਾਈ ਹੈ। ਸਾਰਿਆਂ ਨੋਟ ਕਰਨਾ। ਜੇ ਆਪਣੇ ਕੋਲ ਲੈਂਥ ਜੋ ਹੈ ਉਹ dx ਹੋ ਜੂਗੀ, then ਮਾਸ ਹੋ ਜੂਗਾ dm, ਕਿਹਦੇ ਕੋਲ ਹੋ ਜੂਗਾ m/2 ਪਾਈ r into dx। ਸਾਰਿਆਂ ਨੂੰ ਕਲੀਅਰ। dm ਦੀ ਮੂਵਮੈਂਟ ਆਫ ਇਨਰਸ਼ੀਆ ਕਿੰਨਾ ਹੋ ਜੂਗਾ di ਅਬਾਊਟ z ਐਕਸਿਸ, ਕਿੰਨਾ ਹੋ ਜੂਗਾ dm into distance ਦਾ ਸਕੁਅਰ। dx ਦਾ ਡਿਸਟੈਂਸ ਕਿੰਨਾ ਆਪਣੇ ਕੋਲ, ds ਜਿਹੜਾ ਆਪਣੇ ਕੋਲ dx ਹੈ, dm ਹੈ, ਉਸ ਦਾ ਡਿਸਟੈਂਸ ਕਿੰਨਾ ਹੈਗਾ, ਤਾਂ ਆਪਣੇ ਕੋਲ ਡਿਸਟੈਂਸ ਕਿੰਨਾ ਹੈ r ਹੈ, distance is r। dm ਦੀ ਵੈਲਿਊ ਕਿੰਨੀ ਹੈ m/2 ਪਾਈ r into dx into r square। ਇਟ ਮੀਨਸ ਜਦੋਂ ਆਪਾਂ ਇਸ ਦਾ ਟੋਟਲ ਮੂਵਮੈਂਟ ਆਫ ਇਨਰਸ਼ੀਆ ਕਰਨਾ ਹੈ ਤਾਂ ਆਪਾਂ ਨੇ di ਦੀ ਇੰਟੀਗ੍ਰੇਸ਼ਨ ਕਰਨੀ ਹੈ। di ਵਾਸਤੇ ਕੀ ਬਣੂ ਆਪਣੇ ਕੋਲ, r ਨਾਲ r ਕੈਂਸਲ ਹੋ ਗਿਆ, mr/2 ਪਾਈ ਇੰਟੀਗ੍ਰੇਸ਼ਨ ਆਫ dx। ਠੀਕ ਹੈ, ਹੁਣ x ਕੀ ਚੀਜ਼ ਹੈ, ਜੇ ਆਪਾਂ ਇਸ ਸਰਕਲ ਨੂੰ ਓਪਨ ਕਰ ਲੈਂਦੇ ਹਾਂ ਤਾਂ ਆਪਣੇ ਕੋਲ ਆ ਚੀਜ਼ ਬਣ ਜਾਂਦੀ ਹੈ। ਤਾਂ ਆਪਣੇ ਕੋਲ ਇਹ ਕੀ ਹੈ, ਰਿੰਗ ਹੈ, ਰਿੰਗ ਦਾ ਪੈਰਾਮੀਟਰ ਕਿੰਨਾ ਹੈਗਾ 2 ਪਾਈ r, ਲੈਂਥ ਕਿੰਨੀ ਹੈ 2 ਪਾਈ r। ਤਾਂ ਆਪਾਂ ਨੇ ਇਸ ਜਗ੍ਹਾ ਤੇ 6 ਸਮਾਲ ਐਲੀਮੈਂਟ ਲੈਣੇ ਆ dx। ਠੀਕ ਹੈ, ਮਾਸ ਹੋ ਜਾਊਗਾ dm। ਤਾਂ dx ਦੀ ਮਿਨੀਮਮ ਲੈਂਥ ਕਿੰਨੀ ਹੋ ਸਕਦੀ ਹੈ, ਮਤਲਬ ਰॉड ਦੀ ਮਿਨੀਮਮ ਲੈਂਥ ਕਿੰਨੀ ਹੋ ਸਕਦੀ ਹੈ 0, ਮੈਕਸਿਮਮ ਕਿੰਨੀ ਹੋ ਸਕਦੀ ਹੈ ਟੋਟਲ ਲੈਂਥ। ਟੋਟਲ ਲੈਂਥ ਕਿੰਨੀ ਹੈ ਆਪਣੇ ਕੋਲ 2 ਪਾਈ r। ਜਦੋਂ ਆਪਾਂ ਵੈਲਿਊ ਪੁੱਟ ਕਰ ਦਾਂਗੇ ਆਪਣੇ ਕੋਲ ਆਜੂ mr/2 ਪਾਈ, dx ਦੀ ਇੰਟੀਗ੍ਰੇਸ਼ਨ ਹੋ ਜੂ x ਲਿਮਿਟਸ ਫਰੋਮ 2 ਪਾਈ r। ਤਾਂ ਆਪਣੇ ਕੋਲ ਹੋ ਜੂ mr/2 ਪਾਈ 2 ਪਾਈ r - 0। ਠੀਕ ਹੈ, 2 ਪਾਈ ਨਾਲ 2 ਪਾਈ ਕੈਂਸਲ ਹੋ ਜੂ, ਆਪਣੇ ਕੋਲ ਕੀ ਬਚੂਗਾ mr ਸਕੁਅਰ। ਤਾਂ ਆਪਣੇ ਕੋਲ ਰਿੰਗ ਦਾ ਮੂਵਮੈਂਟ ਆਫ ਇਨਰਸ਼ੀਆ ਅਬਾਊਟ z ਐਕਸਿਸ ਕੀ ਆ ਜਾਊਗਾ mr ਸਕੁਅਰ। ਫਿਰ ਆਪਾਂ ਇਹਦਾ ਸਪੈਸ਼ਲ ਕੇਸ ਦੇਖਦੇ ਸੀ। ਸਪੈਸ਼ਲ ਕੇਸ ਦੇ ਵਿੱਚ ਕੀ ਬਣਦਾ ਆਪਣੇ ਕੋਲ, ਆਹ z ਐਕਸਿਸ ਹੈ, ਆਹ ਵਾਲਾ x ਐਕਸਿਸ ਹੈ, ਆਹ ਵਾਲਾ y ਐਕਸਿਸ ਹੈ, ਆਹ ਪੁਆਇੰਟ ਉਹ ਕਹਿ ਦਿੰਦੇ ਆ। ਸਾਰਿਆਂ ਨੂੰ ਕਲੀਅਰ। ਬਾਈ ਸਿਮੈਟਰੀ ix ਕਿਹਦੇ ਇਕੁਅਲ ਹੈ iy ਦੇ, ਤਾਂ iz ਕਿਹਦੇ ਇਕੁਅਲ ਹੋਊਗਾ ਬਾਈ ਸਿਮੈਟਰੀ, ਇਟ ਇਜ਼ ਇਕੁਅਲ ਟੂ ix plus iy ਦੇ। iz ਕਿੰਨਾ ਆਪਣੇ ਕੋਲ mr ਸਕੁਅਰ, ix ਤੇ iy ਦੀ ਜਗ੍ਹਾ ਤੇ ਵੀ ix ਪੁੱਟ ਕਰ ਦਿੰਦੇ ਆ, ਤਾਂ ix ਕਿੰਨਾ ਆ ਜਾਊਗਾ ਇਟ ਇਜ਼ mr ਸਕੁਅਰ ਬਾਈ 2। ਜੋ ਵੈਲਿਊ ਆਪਣੇ ਕੋਲ ix ਦੀ ਆਊਗੀ ਉਹੀ ਵੈਲਿਊ iy ਦੀ ਹੋ ਜੂਗੀ, ਬਿਕੋਜ਼ ਬਾਈ ਸਿਮੈਟਰੀ ਵੈਲਿਊਜ਼ ਉਹਨੇ ਕੀ ਹੈ ਸੇਮ ਹੈ। ਕਲੀਅਰ ਸਾਰਿਆਂ ਨੂੰ। ਜਦ ਤੱਕ ਤੁਸੀਂ ਨੋਟ ਨਹੀਂ ਕਰੋਗੇ ਸਾਰੇ ਦੇ ਸਾਰੇ, ਉਦ ਤੱਕ ਮੈਂ ਨੈਕਸਟ ਸਟੈਪ ਨਹੀਂ ਕਰਵਾਊਂਗਾ। ਜਦ ਤੱਕ ਸਾਰਿਆਂ ਦਾ ਨੋਟ ਨਹੀਂ ਹੋ ਜਾਂਦਾ ਉਦ ਤੱਕ ਮੈਂ ਨੈਕਸਟ ਵਾਲਾ ਆਰਟੀਕਲ ਨਹੀਂ ਕਰਾਊਂਗਾ, दैट इज डिस्क वाला। स्क्रीन ऊपर यार एक्चुअली स्क्रीन ऊपर नहीं होनी, मैं वीडियो बंद कर देना। देखो हुई हुन विजिबल है, कर लो बच्चे। सचिन नोट कर लिया बच्चे, सचिन ये दानिश का आंसर सी, मैनू भी हुण वॉइसिस का पता लगन लग गया।
किसी का पेंडिंग है दसो बच्चे, तो इस कोई डाउट है तो पूछ लो, क्लैरीफाई हो जाऊगा, 5 मिनट लगणगे, कोई फर्क नहीं पैना मैनू, आई विल एक्सप्लेन इट अगेन। जे किसी का डाउट है कि जी स्टार्टिंग होनी है वो 0 तो होनी है स्टार्टिंग यदि, ठीक है, मिनिमम वैल्यू कितने होगी 0 तो, मैक्सिमम कितनी होगी 2πr, क्योंकि जी dx है दैट इज अ लेंथ, वर्ड अपन यूज किया लेंथ। सारे नोट हो गया सारे वाला? केड़े वाला रिपीट करना है? सारा आर्टिकल रिपीट करना है? चलो डीएम तो देख लो बच्चे। डीएम ਦਾ ਜਦੋਂ ਮੂਵਮੈਂਟ ਆਫ ਇਨਰਸ਼ੀਆ ਕੱਢਾਂਗੇ ਤਾਂ ਉਸ ਦਾ ਸਿੰਬਲ ਦੇਵਾਂਗੇ ਡੀ ਆਈ ਕੇ ਦੇਖ ਲੂਗਾ ਡੀਐਮ ਇਨਟੂ ਡਿਸਟੈਂਸ ਸਕੁਅਰ। ਡੀਐਮ ਦਾ ਡਿਸਟੈਂਸ ਕਿੰਨਾ ਹੈ? ਪੁਆਇੰਟ O ਤੋਂ ਜਾਂ Z ਐਕਸਿਸ, ਦੈਟ ਇਜ਼ r, ਤਾਂ ਡੀਐਮ ਇਨਟੂ r ਸਕੁਅਰ। ਡੀਐਮ ਦੀ ਵੈਲਿਊ ਆਪਾਂ ਨੇ ਪੁੱਟ ਕੀਤਾ m/2πr ਇਨਟੂ r ਸਕੁਅਰ, ਠੀਕ ਹੈ, dx ਵਾਲਾ। ਆਪਣੇ ਕੋਲ ਬਚਿਆ mr/2π dx ਦੀ ਇੰਟੀਗ੍ਰੇਸ਼ਨ। ਤਾਂ ਟੋਟਲ ਵਾਸਤੇ ਕੀ ਕੀਤਾ ਆਪਾਂ ਨੇ ਇੰਟੀਗ੍ਰੇਟ ਕੀਤਾ, ਟੋਟਲ ਵਾਸਤੇ ਆਪਾਂ ਨੇ ਕੀ ਕੀਤਾ? ਇੰਟੀਗ੍ਰੇਟ ਕੀਤਾ, ਤਾਂ ਆਪਾਂ ਨੇ ਇੰਟੀਗ੍ਰੇਸ਼ਨ ਕਰਤੀ dx ਦੀ। dx ਦੀ ਇੰਟੀਗ੍ਰੇਸ਼ਨ ਕਿੰਨੀ ਆ ਜਾਊਗੀ? x ਲਿਮਿਟਸ ਹੋ ਜਾਣਗੀਆਂ ਇਹਦੀਆਂ 0 to 2πr, ਠੀਕ ਹੈ। 0 is the minimum value of x of length of a rod and 2πr is the maximum value। ਤਾਂ ਆਪਣੇ ਕੋਲ ਕੀ ਬਚੂਗਾ mr/2π into 2πr minus 0। ਤਾਂ ਆਪਣੇ ਕੋਲ ਕੀ ਬਚੂਗਾ iz is equal to mr square। ਸਿੰਪਲ ਜੀ। ਹੁਣ ਜੇ ਸਿਮੈਟ੍ਰਿਕਲੀ ਦੇਖਦੇ ਆ ਤਾਂ ਜੋ ਆਪਣੇ ਕੋਲ z ਐਕਸਿਸ ਹੈ that is perpendicular axis, जो ix ਤੇ iy ਹੈ that are planar axis। ਤਾਂ ਬਾਈ ਸਿਮੈਟਰੀ ix iy ਦੇ ਇਕੁਅਲ ਹੋ ਜਾਊਗਾ, ਠੀਕ ਹੈ, ਬਾਈ ਸਿਮੈਟਰੀ ix iy ਦੇ ਇਕੁਅਲ ਹੋਊਗਾ। perpendicular axis ਥਿਓਰਮ ਕੀ ਕਹਿੰਦੀ ਹੈ? iz is equal to ix plus iy, ix ਦੀ ਜਗ੍ਹਾ ਤੇ ix ਹੋ ਜਾਊਗਾ, iy ਦੀ ਜਗ੍ਹਾ ਤੇ ਕੀ ਹੋ ਜਾਊਗਾ? ix ਹੋ ਜਾਊਗਾ। ਦੋਨਾਂ ਨੂੰ ਐਡ ਕਰਕੇ ਕੀ ਬਣ ਜਾਊ ਆਪਣੇ ਕੋਲ? ix ਕਿਹਦੇ ਇਕੁਅਲ ਹੋ ਜਾਊ? mr²/2। ਕਿਹਦੇ ਇਕੁਅਲ ਹੋ ਜਾਊਗਾ? iy ਦੇ। क्लियर? तो अपने कोल प्लेनर एक्सिस की हो जाऊगा वैल्यू डिवाइड बाय 2। तब जिन्नी वैल्यू परपेंडिकुलर एक्सिस तो थ्रू आई है मूवमेंट ऑफ इनर्शिया दी, उसनु डिवाइड बाय 2 करता अपने। हुन क्लियर है? फिर नेक्स्ट वाला अपने को आ जाऊगा डिस्क वाला। अगेन कह रहे हैं डिस्क वाला लेंथी होगा, एक्सप्लेनेशन लेंथी होगी, ध्यान नाल सुनियो। चल आर्टिकल ओके ओके नहीं है, बस तुसी कंसिस्टेंसी मेंटेन रखो, कंटिन्यूटी मेंटेन रखोगे, कोई ओके नहीं लगते। जिथे कंटिन्यूटी मेंटेन नहीं होंदी उत्थे प्रॉब्लम आती है। जे तुसी टिक के ध्यान नाल समझ रहे हो, कर रहे हो, लिख रहे हो, होमवर्क कर रहे हो, फिर तुहानू प्रॉब्लम नहीं आनी चाहिए। सारे नू क्लियर? तो अपने कोल नेक्स्ट आंदा है डिस्क वास्ते। डिस्क वास्ते की करांगे आपां दो एक्सिस ड्रॉ करांगे, एक पैरेलल एक्सिस, एक परपेंडिकुलर एक्सिस, ठीक है। एक टॉप व्यू लवांगे, एक साइड व्यू लवांगे। तो आपां ने की ड्रॉ करना है? डायग्राम डिस्क दी सिमिलर चलूगी, राइट साइड ड्रॉ कर देने हैं। साइड व्यू की गल करते हैं, इस टाइप की होगी, आ जेड एक्सिस है, ठीक है, रेडियस आर है, मास एम है। जो टॉप व्यू की गल करांगे इट वुड बी लुक लाइक दिस, आ जेड एक्सिस है, ठीक है। इत्थे लॉजिक की अपने कोल, इत्थे आपां ने जेड़ा लेना एलीमेंट वो की लेनी, एक रिंग लेनी है। रिंग की थिकनेस कितनी हो जाएगी? dx, नाल ड्रॉ कर लो। रिंग की थिकनेस हो जू dx, मास हो जाएगा dm, ते ओदा रेडियस कितना हो जाएगा x। जे आपां नीचे ड्रॉ करते हैं, दिस इज साइड व्यू, दिस इज टॉप व्यू। तो अपने कोल डिस्क वास्ते ये हो जाएगा, ध्यान नाल देखो। तो अपने को इतने रेडियस हो जू x, थिकनेस हो जूगी dx, ठीक है, मास हो जू dm। सारे क्लीयर? आपां ने एक रिंग लेट की जिहदा मास कितना है dm, थिकनेस कितनी है उहदी dx, ते रेडियस कितना है अपने कोल
x, ਚਾਹੇ ਤੁਸੀਂ ਸਾਈਡ ਵਿਊ ਤੋਂ ਸਮਝੋ ਚਾਹੇ ਤੁਸੀਂ ਟੌਪ ਵਿਊ ਤੋਂ ਸਮਝੋ। ਤਾਂ ਆਪਾਂ ਜੇ ਆ ਵਾਲੀ ਰਿੰਗ ਨੂੰ ਓਪਨ ਕਰ ਲਈਏ, ਧਿਆਨ ਨਾਲ ਦੇਖੋ, ਜੇ ਰਿੰਗ ਨੂੰ ਓਪਨ ਕਰ ਲਈਏ ਤਾਂ ਰਿੰਗ ਇਸ ਟਾਈਪ ਦੀ ਬਣ ਜੂਗੀ। ਰਿੰਗ ਇਸ ਟਾਈਪ ਦੀ ਬਣੂਗੀ ਸੱਚ ਦੈਟ ਇਹਦਾ ਥਿਕਨੈਸ ਕਿੰਨੀ ਹੋ ਜੂਗੀ dx ਐਂਡ ਲੈਂਥ ਕਿੰਨੀ ਹੋ ਜੂਗੀ, ਧਿਆਨ ਨਾਲ ਦੇਖੋ, ਲੈਂਥ ਆਫ ਰਿੰਗ ਕਿੰਨੀ ਹੋਗੀ 2πx। ਸਾਰਿਆਂ ਨੂੰ ਕਲੀਅਰ? ਤਾਂ ਇਸ ਰਿੰਗ ਦੀ ਇਹ ਕਿਹੜੀ ਸ਼ੇਪ ਹੈ? ਦਿਸ ਇਜ਼ ਰੈਕਟੈਂਗੂਲਰ ਸ਼ੇਪ, ਰੈਕਟੈਂਗੂਲਰ ਸ਼ੇਪ ਹੈ। ਤਾਂ ਰੈਕਟੈਂਗਲ ਦਾ ਏਰੀਆ ਕਿੰਨਾ ਹੁੰਦਾ ਆਪਣੇ ਕੋਲ? ਲੈਂਥ ਇਨਟੂ ਬ੍ਰੈਡਥ। ਲੈਂਥ ਕਿੰਨੀ ਹੈ ਆਪਣੇ ਕੋਲ? 2πx, ਬ੍ਰੈਡਥ ਕਿੰਨੀ ਹੈ? dx। ਹੁਣ ਏਰੀਆ ਪੂਰੇ ਡਿਸਕ ਦਾ, ਡਿਸਕ ਕੀ ਹੋ ਗਿਆ ਆਪਣੇ ਕੋਲ? CD DVD, ਠੀਕ ਹੈ, ਉਹ ਆਪਾਂ ਕੀ ਕਹਿ ਸਕਦੇ ਹਾਂ? ਡਿਸਕ ਕਹਿ ਸਕਦੇ ਹਾਂ। ਤਾਂ ਪੂਰੀ ਡਿਸਕ ਦਾ ਏਰੀਆ ਕਿੰਨਾ ਹੋਊਗਾ? ਤਾਂ ਆਪਾਂ ਕਿੱਥੋਂ ਸਟਾਰਟ ਕਰਨਾ? ਇਫ ਏਰੀਆ ਇਜ਼ ਪਾਈ ਆਰ ਸਕੇਅਰ, ਕਿਉਂਕਿ ਸਰਕਲ ਦਾ ਏਰੀਆ ਕੀ ਹੁੰਦਾ ਆਪਣੇ ਕੋਲ? ਪਾਈ ਆਰ ਸਕੇਅਰ, then ਮਾਸ ਕਿੰਨਾ ਹੋ ਜੂ? कैपिटल M, आ ਦਿੱਤਾ है कैपिटल M, ठीक है, रेडियस आ रहा है। जे एरिया हो जूगा 1, मास कितना हो जूगा? M डिवाइड बाय पाई आर स्क्वायर, ठीक है। जे एरिया हो जू अपने कोल 2πx dx, then मास हो जूगा dm, तो कितना बन जू? M बाय पाई आर स्क्वायर इनटू जो आ पर्टिकुलर टर्म है इसनों एरिया ਨੂੰ मल्टीप्लाई करांगे इनटू 2πx dx। इसलिए मार्कर का कलर चेंज करता। तो पाई नाल पाई कैंसल, और कुछ कैंसल हो रहा नहीं हो रहा, ये बन गया 2m बाय आर स्क्वायर इंटू एक्स इंटू डी एक्स की वैल्यू है, ये वैल्यू अपने को dm दी। इत्थे तक सारे नोट करो तो मैंने दसो जे कोई डाउट है। यही मेन कंसैप्ट है। इस तो बाद आपने dm का मूवमेंट ऑफ इनर्शिया करना है, फिर वो इंटीग्रेट करनी है। नोट करके कन्फर्म करो। वाइस क्लास हैगी है? नोट हो गया? किसी ने कोई प्रॉब्लम तो नहीं है इस च? करता इनू साफ, क्योंकि इंटीग्रेशन फिर नेक्स्ट स्टेप है। पूछना पूछ लो, मैं दोबारा एक्सप्लेन कर दूंगा। दस देना बच्चे। अपने कोल जो डिस्क है, डिस्क मतलब अपने कोल CD प्लेयर सारे देखिए ना, CD DVD सारे देखिए है। जो उसको साइड तो देखते हैं देखो, जे टॉप तो देखते हैं सर्कुलर, ठीक है। तो ਉਹਦੀ रेडियस कितना r, मास कितना है, ਆਪਾਂ ਨੇ ਉਹਦੇ ਵਿੱਚ ਇੱਕ ਰਿੰਗ ਲਿੱਤੀ ਹੈ। ਰਿੰਗ ਦੀ ਥਿਕਨੈਸ ਕਿੰਨੀ ਹੈ? dx। ਆ ਵਾਲੀ ਜੋ ਨੀਚੇ ਧਿਆਨ ਨਾਲ ਦੇਖੋ, ਆ dx ਹੈ। ਮਾਸ ਕਿੰਨਾ ਹੈ? dm। रेडियस कितना है? x। क्लियर, सिंपल। ਇਸ ਨੂੰ ਸਰਕਲ, ਰਿੰਗ ਸਰਕਲ ਇੱਕ, ਉਸ ਨੂੰ ਓਪਨ ਕਰ ਦਿੰਦੇ ਆ। ओपन करके अपने को की बन जू? रैक्टेंगुलर स्ट्रिप बन जू। रैक्टेंगुलर स्ट्रिप की ब्रैथ कितनी है? dx, लेंथ कितनी है? 2πx। तो उसका एरिया कितना हो जाएगा? लेंथ इंटू ब्रैथ, लेंथ कितनी है? 2πx, ब्रैथ कितनी है? dx। फिर ਹੁਣ ਆਪਣੇ ਕੋਲ ਜੋ डिस्क है, ਹੁਣ मैं जो डायग्राम च ड्रॉ करूंगा तुसी नहीं करना, ਉਹਦਾ एक्चुअल च एरिया आ वाला है, मैं येलो ना मार्क कर देना। एक्चुअल च एरिया आ वाला है, ध्यान नाल मार्कर सारिਆਂ ਨੂੰ दिख रहा। आ जो मैं शेडिंग की है एरिया की, आ अपने कोल की है, ये पाई आर स्क्वायर है, ठीक है। ये अपने कोल एरिया की है, अपने कोल एरिया है पाई आर स्क्वायर। हुण जे एरिया पाई आर स्क्वायर है तो मास कितना है? m है। जे एरिया 1 होगा तो मास कितना हो जू? m बाय पाई आर स्क्वायर। जे एरिया होगा 2πx dx, जो अपने इत्थे प्रूव किया है, तो मास कितना लेट किया होदा? dm। तो dm की वैल्यू की हो जूगी? m बाय पाई आर स्क्वायर इंटू 2πx dx। पाई नाल पाई कैंसिल, अपने को नीचली dm की वैल्यू आ। हुण क्लियर पलक? हाँ जी हाँ जी बच्चे पूछो। सही है। हम्म, 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 हम्म,
ਤਾਂ ਇਸ ਜਿਹੜੀ ਵੀ ਟਰਮ ਹੁੰਦੀ ਹੈ ਮਲਟੀਪਲਾਈ ਕਰਦੇ ਹਾਂ m ਬਾਏ ਪਾਈ ਆਰ ਸਕੇਅਰ ਨਾਲ ਮਲਟੀਪਲਾਈ। ਚੱਲ ਦੇਖ ਲੈ ਇੱਥੇ 10 ਪੈਨ ਦਾ ਪ੍ਰਾਈਸ ਹੈ ਲੈਟਸ ਸੇ 20 ਰੁਪਏ। ਧਿਆਨ ਨਾਲ ਸਮਝ ਲਈ, ਹੁਣ ਰਿਲੇਟ ਕਰ ਲਈ, ਠੀਕ ਹੈ। ਇੱਕ ਪੈਨ ਦਾ ਕਿੰਨਾ ਹੋ ਜੂ ਪ੍ਰਾਈਸ 20 ਬਾਈ 10 ਰੁਪੀ, ਠੀਕ ਹੈ। ਲੈਟਸ ਸੇ 5 ਪੈਨਸ ਦਾ ਕਿੰਨਾ ਹੋ ਜੂ 20 ਬਾਈ 10 ਇੰਟੂ 5। ਹੁਣ ਇਸ ਨੂੰ ਰਿਲੇਟ ਕਰ ਲੈ, ਸਮਝ ਆ ਜੂ ਜਿਹਦਾ ਵੀ ਡਾਊਟ ਹੈ ਇਹ। ਪਹਿਲਾਂ ਕੀ ਕਰਨਾ ਹੁੰਦਾ ਹੈ, ਜੋ 10 ਵਾਲੀ ਟਰਮ ਹੈ ਉਹ ਇਸ ਦੇ ਨੀਚੇ ਲੈ ਕੇ ਆਉਣੀ ਆ। ਤਾਂ ਜੋ ਆਪਣੇ ਕੋਲ ਆ ਵਾਲੀ ਟਰਮ ਹੈ ਇਸਨੂੰ ਇਹਦੇ ਨੀਚੇ ਲੈ ਕੇ ਆਵਾਂਗੇ। ਫਿਰ ਆ ਵਾਲੀ ਜੋ ਵੀ ਟਰਮ ਹੋਊਗੀ ਇਸਨੂੰ ਮਲਟੀਪਲਾਈ ਕਰਾਂਗੇ ਨੰਬਰ ਆਫ ਟਰਮਸ। ਸਿੰਪਲ ਤਾਂ ਹੈ, ਧਿਆਨ ਨਾਲ ਦੇਖੋ 10 ਪੈਨ 20 ਰੁਪਏ ਦੇ ਨੇ, ਇੱਕ ਪੈਨ ਕਿੰਨੇ ਦਾ 2 ਰੁਪਏ ਦਾ, 5 ਕਿੰਨੇ ਹੋਏ 5 ਇੰਟੂ 2 10 ਰੁਪਏ। ਫਰਕ ਕੀ ਹੈ, ਆਹ ਚੀਜ਼ ਤੁਸੀਂ ਸਾਰਿਆਂ ਨੂੰ ਪਤਾ ਹੈ ਕਿਉਂਕਿ ਰੈਗੂਲਰ ਲਾਈਫ 'ਚ ਆਪਾਂ ਕਰਦੇ ਰਹਿੰਦੇ ਹਾਂ। ਆਹ ਚੀਜ਼ ਰੈਗੂਲਰ ਲਾਈਫ 'ਚ ਨਹੀਂ ਹੁੰਦੀ, ਇਹ ਕੀ ਹੈ ਥਿਓਰੈਟੀਕਲ ਹੈ। ਥਿਓਰੈਟੀਕਲ ਹਮੇਸ਼ਾ ਲੈਂਥੀ ਹੁੰਦਾ। ਕਲੀਅਰ? ਗੁੱਡ। ਹੁਣ ਆਪਾਂ ਨੇ dm ਦਾ ਮੂਵਮੈਂਟ ਆਫ ਇਨਰਸ਼ੀਆ ਕਰਨਾ, ਫਿਰ ਉਹਦਾ ਇੰਟੀਗ੍ਰੇਟ ਕਰਨਾ, ਠੀਕ ਹੈ। ਸਟੈਪ ਵੁੱਡ ਬੀ ਦਾ ਸੇਮ। dm ਦੀ ਵੈਲਿਊ ਨੂੰ ਛੇੜ ਨਹੀਂ ਰਹਾ ਮੈਂ, ਐਜ਼ ਇਟ ਇਜ਼ ਰੱਖ ਰਿਹਾ। ਤਾਂ ਆਪਾਂ ਲਿਖਾਂਗੇ movement of inertia of dm about z axis, ਸਿੰਬਲ ਦੇਵਾਂਗੇ di। ਓਕੇ ਦੇਖ ਲਓ ਜੋ dm ਇਨਟੂ, ਹੁਣ dm ਦਾ ਜਿਹੜਾ ਮਾਸ ਹੈ ਸਰਕਲ ਵਾਲਾ, ਸਰਕਲ ਦਾ ਰਿੰਗ ਦਾ ਰੇਡੀਅਸ ਕਿੰਨਾ ਹੈ ਸਚਿਨ ਦੱਸੂਗਾ। ਜੋ ਆਪਾਂ ਨੂੰ dm ਮਾਸ ਵਾਲੀ ਰਿੰਗ ਆਪਾਂ ਨੇ ਕੰਸੀਡਰ ਕੀਤੀ ਹੈ ਉਸਦਾ ਰੇਡੀਅਸ ਕਿੰਨਾ ਹੈ ਡਾਇਗਰਾਮ ਦੇ ਅਕੋਰਡਿੰਗ। ਸਚਿਨ ਡਾਇਗਰਾਮ 'ਚ ਕੀ ਦਿਖ ਰਿਹਾ ਹੈ, ਟੌਪ ਵਿਊ ਵਾਲੇ 'ਚ ਧਿਆਨ ਨਾਲ ਦੇਖੋ, ਦਿਖ ਜੂ, ਸਾਈਡ ਵਿਊ 'ਚ ਵੀ ਦਿਖ ਰਿਹਾ, ਅਲੱਗ ਗੱਲ ਹੈ। x ਕੇ r, ਸਚਿਨ ਜੋ ਆਪਣੇ ਕੋਲ ਰਿੰਗ ਆਪਾਂ ਨੇ ਲੈਟ ਕੀਤੀ ਹੈ ਉਹਦਾ ਰੇਡੀਅਸ ਆਪਾਂ ਨੂੰ x ਦਿਖ ਰਿਹਾ ਕਿ r ਦਿਖ ਰਿਹਾ? ਆਰਮਸ ਮਾਈਕ ਬੰਦ ਕਰ ਦਿਓ ਬੱਚੇ। सचिन क्लास है? एक्स हो, बिल्कुल सही है सर। एक्स ना बोलिया करो, वो Z नाल पे ZX, मैनू ZX सुन रहा सी, मैं सोच रहा मैं ZX टर्म तो है ही नहीं। एक्स ਤਾਂ dx dm ਦੀ ਵੈਲਿਊ ਆ ਵਾਲੀ ਹੈ, ਇਸਨੂੰ ਉੱਪਰ ਲੈ ਕੇ ਜਾਵਾਂਗੇ, ਇਹ ਬਣ ਜੂ 2m ਬਾਈ r ਸਕੁਅਰ x dx। ਇਹ ਕਿਹਦੀ ਵੈਲਿਊ ਹੈ dm ਦੀ, ਇਨਟੂ ਕਰਤਾ ਆਪਾਂ ਨੇ x ਸਕੁਅਰ। ਤਾਂ ਇਹਦੇ ਵਿੱਚ ਸਾਰੀਆਂ ਸਭ ਤੋਂ ਪਹਿਲਾਂ ਤਾਂ ਵੈਰੀਏਬਲ ਟਰਮ ਨੂੰ ਰੱਖ ਲਓ, ਕੀ ਹੋ ਗਿਆ x ਤੇ x ਸਕੁਅਰ ਕੀ ਹੋ ਜੂ x ਕਿਊਬ dx। ਲੈਫਟ ਸਾਈਡ ਤੇ ਕੀ ਬਚੂ 2m ਬਾਈ r ਸਕੁਅਰ, ਕਿਹਦੀ ਵੈਲਿਊ ਹੈ ਇਹ di ਦੀ। ਟੋਟਲ ਵਾਸਤੇ ਕੀ ਕਰ ਦਾਂਗੇ ਇਹਦਾ ਇੰਟੀਗ੍ਰੇਟ, ਸਿੰਪਲ। ਤਾਂ ਵੈਰੀਏਬਲ ਟਰਮ ਦਾ ਇੰਟੀਗ੍ਰੇਟ ਕਰਨਾ, ਹਾਂਜੀ। ਤਾਂ x ਕੀ ਸਰਕਲ ਦਾ, ਪਹਿਲਾਂ ਤਾਂ ਆਪਣਾ ਮਾਈਕ ਬੰਦ ਕਰ। ਹਾਂ ਹੁਣ ਸੁਣ ਲੈ, ਜਿਹੜਾ ਆਪਾਂ ਨੇ ਰਿੰਗ ਲੈਟ ਕੀਤੀ ਆ ਵਾਲੀ, ਧਿਆਨ ਨਾਲ ਦੇਖੋ ਆ ਵਾਲੀ ਰਿੰਗ ਲੈਟ ਕੀਤੀ ਹੈ, ਠੀਕ ਹੈ। ਇਸ ਰਿੰਗ ਦਾ ਰੇਡੀਅਸ ਕਿੰਨਾ ਹੈ, ਇਸ ਰਿੰਗ ਦਾ ਰੇਡੀਅਸ ਆ ਵਾਲਾ ਹੈ, ਉਹ ਕਿੰਨਾ ਹੈਗਾ x। ਆਪਾਂ ਨੇ ਲੈਟ ਵਰਡਿੰਗ ਚ ਲਿਖਤਾ ਲੈਟ ਰਿੰਗ ਆਫ ਰੇਡੀਅਸ x, ਸਟੇਟਮੈਂਟ ਮੈਂਸ਼ਨ ਹੈ, ਕਾਪੀ ਚ ਚੈੱਕ ਕਰ ਲਿਓ। ਆ ਦੇਖੋ ਧਿਆਨ ਨਾਲ, ਆ x ਹੈ ਆਪਣੇ ਕੋਲ, ਠੀਕ ਹੈ, ਇਸ ਰਿੰਗ ਦਾ ਜੋ ਮਾਰਕਰ ਚ ਦਿਖ ਰਿਹਾ। ਹੁਣ x ਕੀ ਹੈ ਰੇਡੀਅਸ ਹੈ, ਰੇਡੀਅਸ ਦੀ ਮਿਨੀਮਮ ਵੈਲਿਊ ਕਿੰਨੀ ਪੋਸੀਬਲ ਹੋ ਸਕਦੀ ਹੈ, ਦੈਟ ਇਜ਼ ਡਾਇਗਰਾਮ ਚ ਧਿਆਨ ਨਾਲ ਦੇਖੋ 0, ਕਿਉਂਕਿ ਜਦੋਂ ਆਪਣੇ ਕੋਲ ਆਹ ਰਿੰਗ ਸੈਂਟਰ ਤੇ ਹੋਊਗੀ, ਉਹ ਪੁਆਇੰਟ ਤੇ ਹੋਊਗਾ, ਉਹਦਾ ਰੇਡੀਅਸ ਕਿੰਨਾ ਹੋ ਜੂ 0। ਬਟ ਜਦੋਂ ਐਕਸਪੈਂਡ ਕਰਕੇ ਐਂਡ ਤੇ ਆ ਜੂਗੀ, ਮਤਲਬ ਜਦੋਂ ਰਿੰਗ ਇੱਥੇ ਪਹੁੰਚ ਜੂਗੀ, ਤੁਸੀਂ ਨਹੀਂ ਡਰਾ ਕਰਨਾ, ਸਮਝਾਉਣ ਵਾਸਤੇ ਸਿਰਫ। ਤਾਂ ਇਸ ਦਾ ਰੇਡੀਅਸ ਕਿੰਨਾ ਹੈ ਇਸ ਟਾਈਮ, ਇਸਦਾ ਰੇਡੀਅਸ ਕਿੰਨਾ ਹੈ, ਇਹਦਾ ਰੇਡੀਅਸ r ਹੈ। ਤਾਂ ਜਿਹੜੀ ਉਹਦੀ ਲਿਮਿਟ ਹੈ ਉਹ 0 ਤੋਂ ਸਟਾਰਟ ਹੋ ਕੇ ਕਿੱਥੇ ਜਾਊਗੀ r ਤੱਕ। ਕਲੀਅਰ ਸਾਰਿਆਂ ਨੂੰ ਸਟੈਪ ਇਹ? ਤਾਂ ਜਿਹੜਾ ਆਪਣੇ ਕੋਲ ਰਿੰਗ ਹੋਊਗੀ ਉਸਦਾ ਮਿਨੀਮਮ ਰੇਡੀਅਸ 0 ਹੋਊਗਾ, ਮੈਕਸਿਮਮ ਹੋਊਗਾ r। ਤਾਂ ਆਪਣੇ ਕੋਲ ਕੀ ਬਚੂਗਾ 2m ਬਾਈ r ਸਕੁਅਰ, x ਕਿਊਬ ਦਾ ਇੰਟੀਗ੍ਰੇਸ਼ਨ ਕੀ ਹੋਊਗਾ ਆਪਣੇ ਕੋਲ x 4 ਬਾਈ 4, ਤਾਂ x ਦੀ ਪਾਵਰ 4 ਬਣ ਜੂ ਡਿਵਾਈਡ ਬਾਈ 4, ਲਿਮਿਟਸ ਫਰੋਮ 0 to r। 2 ਨਾਲ 4 ਕੈਂਸਲ ਹੋ ਕੇ 2 ਆ ਗਿਆ, ਤੇ ਬਣ ਜੂ m ਬਾਈ 2r ਸਕੁਅਰ। x रेज़ टू पावर 4 ਦੀ ਜਗ੍ਹਾ ਤੇ r ਪੁੱਟ ਕਰਾਂਗੇ, r रेज़ टू पावर 4 माइनस 0 रेज़ टू पावर, ਕਿੰਨਾ ਬਚਿਆ m ਬਾਈ 2r ਸਕੁਅਰ, r रेज़ टू पावर 4 कैंसिल हो के बनूगा 2, it would be half mr square।
ਤਾਂ ਆਪਣੇ ਕੋਲ आई Z ਕਿੰਨਾ ਆ ਜਾਊਗਾ ਹਾਫ mr²। ਹੁਣ ਬਾਈ ਸਿਮੈਟਰੀ IX IY ਦੇ ਇਕੁਅਲ ਹੋ ਜਾਊਗਾ, ਬਟ ਉਹ ਕਿਹਦੇ ਇਕੁਅਲ ਹੋ ਜਾਊਗਾ, ਉਹ ਹੋ ਜਾਊਗਾ IZ ਦੇ ਹਾਫ ਦੇ, ਮਤਲਬ Z ਦੇ ਵਿੱਚੋਂ ਜਿੰਨੀ ਵੈਲਿਊ ਹੋਈ ਹੈ ਉਹਦਾ ਹਾਫ ਕਰ ਦਿਓ। ਕਿੰਨੀ ਵੈਲਿਊ ਹੈ 1/2 mr², ਤੇ ਕਿੰਨੀ ਹੋ ਜੂਗੀ mr²/4। ਤਾਂ ਪਲੇਨਰ ਐਕਸਿਸ ਚੋਂ ਡਿਸਕ ਦਾ ਮੂਵਮੈਂਟ ਆਫ ਇਨਰਸ਼ੀਆ ਕਿੰਨਾ ਹੋਊਗਾ mr²/4। ਪਰਪੈਂਡੀਕੂਲਰ ਐਕਸਿਸ ਚੋਂ ਕਿੰਨਾ ਹੋ ਜਾਊਗਾ ਹਾਫ mr²। ਕਲੀਅਰ ਸਾਰਿਆਂ ਨੂੰ? ਨੋਟ ਕਰੋ, ਨੋਟ ਕਰਕੇ ਅਗੇਨ ਕਨਫਰਮ ਕਰੋ, ਫਿਰ ਆਪਾਂ ਨੈਕਸਟ ਸਟੈਪ ਕਰੀਏ। ਕੁਝ ਜ਼ਿਆਦਾ ਨਹੀਂ ਕਰਾਉਂਗਾ ਅੱਜ, ਠੀਕ ਹੈ, ਥੋੜਾ ਬਹੁਤਾ ਹੀ ਹੈਗਾ। ਇਹੋ ਜਿਹਾ ਕੋਈ ਨਹੀਂ ਕੰਮ ਕਰਾਉਣ ਲੱਗਿਆ ਜਿਹੜਾ ਤੁਹਾਨੂੰ ਉਲਝਾਵੇ, ਸਿੰਪਲ ਕਰਾਂਗੇ। ਬਟ ਇਹ ਨੋਟ ਕਰ ਲਓ, ਇਹ ਦੋ ਆਰਟੀਕਲ ਇੰਪੋਰਟੈਂਟ ਹੈ, ਰਿੰਗ ਵਾਲਾ ਵੀ ਡਿਸਕ ਵਾਲਾ ਵੀ, ਦੋਨੇ ਆਰਟੀਕਲ ਇੰਪੋਰਟੈਂਟ ਹੈ ਆਪਣੇ ਕੋਲ। ਸਾਰਿਆਂ ਦਾ? ਹੁਣ ਧਿਆਨ ਨਾਲ ਦੇਖੋ, ਮੈਂ ਡਾਇਗਰਾਮ ਡਰਾ ਕਰੂੰਗਾ ਉਹਨਾਂ ਦੇ। ਹੁਣ ਆਪਾਂ ਨੇ ਨਾ ਤਿੰਨ ਕੀਤੇ, ਇੱਕ ਕੀਤੀ ਆਪਾਂ ਨੇ ਰੋਡ, ਇੱਕ ਕੀਤੀ ਹੈ ਰਿੰਗ, ਇੱਕ ਕੀਤੀ ਹੈ ਡਿਸਕ। ਬਸ ਤਿੰਨ ਆਪਣੇ ਕੋਲ ਆਰਟੀਕਲ ਨੇ ਜਿਨ੍ਹਾਂ ਦਾ ਮੂਵਮੈਂਟ ਆਫ ਇਨਰਸ਼ੀਆ ਮੋਸਟ ਇੰਪੋਰਟੈਂਟ ਹੈ। ਬਾਕੀ ਆਰਟੀਕਲ ਪੇਪਰ 'ਚ ਆਉਣ ਨਾਲ ਇਹਨਾਂ 'ਚੋਂ ਇੱਕ ਜ਼ਰੂਰ ਆਓ। ਇਹਨਾਂ 'ਚੋਂ ਵੀ ਜੇ ਆਪਾਂ ਉਸਨੂੰ ਰੋਡ ਨੂੰ ਛੱਡਦੇ ਹਾਂ ਤਾਂ ਰਿੰਗ ਤੇ ਡਿਸਕ 'ਚੋਂ ਇੱਕ ਨਾ ਇੱਕ ਆਉਂਦਾ ਹੁੰਦਾ ਹਮੇਸ਼ਾ। ਤਾਂ ਆਪਾਂ ਕੀ ਕਰਦੇ ਹਾਂ, ਆਪਾਂ ਚਾਰਟ ਬਣਾਉਂਦੇ ਹਾਂ, ਇੱਕ ਪਾਸੇ ਆਪਾਂ ਨੇਮਿੰਗ ਲਿਖਾਂਗੇ, ਫਿਰ ਡਾਇਗਰਾਮਸ ਹੋਣਗੀਆਂ ਉਹਦੀਆਂ, ਠੀਕ ਹੈ, ਫਿਰ ਉਹਨਾਂ ਦੀ ਕੀ ਹੋ ਜਾਣਗੀਆਂ ਆਪਣੇ ਕੋਲ ਵੈਲਿਊਜ਼ ਹੋ ਜਾਣਗੀਆਂ। ਤਾਂ ਪਹਿਲਾਂ ਰੋਡ ਆ ਜੂ, ਰੋਡ ਦੀ ਡਾਇਗਰਾਮ ਆਪਾਂ ਨੇ ਕੀ ਕਰਨੀ ਹੈ, ਰੋਡ ਦੇ ਸੈਂਟਰ ਚੋਂ ਪਾਸ ਕਰਾਂਗੇ, ਠੀਕ ਹੈ, ਇੱਕ ਸੈਕਿੰਡ ਰੋਡ ਦੇ ਸਾਈਡ ਤੋਂ ਪਾਸ ਕਰਾਂਗੇ। ਜਦੋਂ ਰੋਡ ਦੇ ਸੈਂਟਰ ਚੋਂ ਪਾਸ ਕਰਦੇ ਆ, ਇੱਥੇ ਮੂਵਮੈਂਟ ਆਫ ਇਨਰਸ਼ੀਆ ਦਾ ਕੀ ਵੈਲਿਊ ਸੀ ml²/12। ਜਦੋਂ ਆਪਾਂ ਸਾਈਡ ਤੋਂ ਪਾਸ ਕਰਦੇ ਆ, ਠੀਕ ਹੈ, ਤਾਂ ਇੱਥੇ ਆ ਜੂਗੀ ml²/3। ਇਹ ਐਕਸਿਸ ਹੈ, ਇਹ ਵਾਲੇ ਐਕਸਿਸ ਹੈ ਜਿਨ੍ਹਾਂ ਚੋਂ ਰੋਡ ਨੇ ਰੋਟੇਟ ਹੋਣਾ ਹੈ। ਤਾਂ ਜੇ ਰੋਡ ਦੇ ਵਿਚਕਾਰ ਐਕਸਿਸ ਹੈ, ਰੋਡ ਵਿਲ ਰੋਟੇਟ ਲਾਈਕ ਦਿਸ, ਠੀਕ ਹੈ, ਸਾਰਿਆਂ ਨੂੰ ਵਿਜ਼ੀਬਲ ਹੈ ਹੋਪ ਸੋ। ਜੇ ਰੋਡ ਦੇ ਕਿਨਾਰੇ ਤੇ ਹੈ ਤਾਂ ਰੋਡ ਵਿਲ ਰੋਟੇਟ ਲਾਈਕ ਦਿਸ, ਕਲੀਅਰ। ਫਿਰ ਆਪਣੇ ਕੋਲ ਆਜੂ ਰਿੰਗ। ਰਿੰਗ ਦਾ ਇੱਕ ਐਕਸਿਸ ਹੋ ਜਾਊਗਾ ਪਰਪੈਂਡੀਕੂਲਰ, ਜੋ ਸੈਂਟਰ ਚੋਂ ਪਾਸ ਕਰੂ, ਪਰਪੈਂਡੀਕੂਲਰ ਟੂ ਸਰਫੇਸ ਹੋ। ਇੱਕ ਹੋਊਗਾ ਆਪਣੇ ਕੋਲ ਪਲੇਨਰ ਐਕਸਿਸ। ਫੋਰਥ ਵੀ ਆਪਣੇ ਕੋਲ ਰਿੰਗ ਹੈ ਬਟ ਪਲੇਨਰ ਐਕਸਿਸ ਨਾਲ ਹੈ, ਠੀਕ ਹੈ, ਆਹੀ ਨੇ। ਫਿਰ ਡਿਸਕ ਆਜੂ, ਡਿਸਕ ਦੇ ਵਿੱਚ ਇੱਕ ਪਰਪੈਂਡੀਕੂਲਰ ਐਕਸਿਸ ਹੋ ਜੂ, ਇੱਕ ਪਲੇਨਰ ਹੋ ਜੂ। ਰਿੰਗ ਦੇ ਵਿੱਚੋਂ Z ਐਕਸਿਸ ਚੋਂ ਕਿੰਨੀ ਹੋ ਜਾਂਦੀ ਹੈ ml², x ਐਕਸਿਸ ਚੋਂ ਕਿੰਨੀ ਹੋ ਜਾਂਦੀ ਹੈ ml²/2। ਮਤਲਬ ਜੇ ਰਿੰਗ ਦੇ ਸੈਂਟਰ ਚੋਂ ਹੈ then it is ml², ਜੇ ਰਿੰਗ ਦੇ ਸਾਈਡ ਤੇ ਹੈ, ਸਾਈਡ ਤੇ ਮਤਲਬ ਪਲੇਨ ਦੇ ਵਿੱਚ ਹੈ, then it is ml²/2। ਜੇ ਡਿਸਕ ਹੈ, ਡਿਸਕ ਦੇ ਸੈਂਟਰ ਚੋਂ ਹੈ ਤਾਂ ਕੀ ਬਣੂ ਆਪਣੇ ਕੋਲ ml²/2। ਹੁਣੀ ਆਪਾਂ ਨੇ ਡੈਰੀਵੇਸ਼ਨ ਕੀਤੀ ਹੈ, ਨੋਟ ਕਰੀ ਚੱਲੋ। ਫਿਰ ਜੇ ਡਿਸਕ ਦੇ ਸਾਈਡ ਵਾਈਜ਼ ਹੈ x ਐਕਸਿਸ ਚੋਂ, ਉਹ ਕੀ ਹੋ ਜੂ ml²/4। ਆਈ ਆਪਾਂ ਨੇ ਹੁਣ ਡੈਰੀਵੇਸ਼ਨ ਇਹਨਾਂ ਦੀ ਕੀਤੀ ਹੈ। ਫਾਰਮੂਲੇ ਲਿਖਵਾ ਰਹੇ ਹਾਂ ਸਾਰਿਆਂ ਦੇ ਇਕੱਠੇ ਫਾਰਮੂਲਾ, ਡੈਰੀਵੇਸ਼ਨ ਆਪਾਂ ਕਰ ਚੁੱਕੇ ਹਾਂ ਇਹਨਾਂ ਦੀ। ਜਿਹੜੇ ਆਪਣੇ ਕੋਲ ਇੰਪੋਰਟੈਂਟ ਸੀ ਉਹ ਆਪਾਂ ਉਹਨਾਂ ਦੀ ਡੈਰੀਵੇਸ਼ਨ ਕਰ ਚੁੱਕੇ ਹਾਂ। ਇੱਕ ਹੁੰਦਾ ਸੋਲਿਡ ਸਿਲੰਡਰ, ਤਾਂ ਸੋਲਿਡ ਸਿਲੰਡਰ ਚੋਂ ਆਪਾਂ ਨੇ ਇੱਥੋਂ ਪਾਸ ਕਰਨਾ ਹੈ। ਸੋਲਿਡ ਨੂੰ ਰਿਪਰੈਜ਼ੈਂਟ ਕਰਨ ਦਾ ਵੇ ਆ ਵਾਲਾ ਹੈ, ਤਾਂ ਇਸ ਐਕਸਿਸ ਚ ਹੋਊਗਾ ਆਪਣੇ ਕੋਲ mr²/2 ਆਪਣੇ ਕੋਲ ਰੇਡੀਅਸ ਹੈ। ਨੋਟ ਕਰੀ ਚਲੋ, ਕੁਛ ਹੈ ਨਹੀਂ ਖਾਸ। ਨਿਚਲਾ ਹੋ ਗਿਆ ਸਾਰਿਆਂ ਦਾ ਨੋਟ। ਇੱਕ ਹੁੰਦਾ ਆਪਣੇ ਕੋਲ ਜੇ ਰੋਡ ਹੋਵੇ ਇਸ ਟਾਈਪ ਦੀ, ਰੋਡ ਐਵੇਂ ਹੈ ਜਿਵੇਂ ਸੋਲਿਡ ਚੋਂ ਪਾਸ ਕੀਤਾ ਤੇ ਇਹਦੇ ਚੋਂ ਐਕਸਿਸ ਐ ਪਾਸ ਕਰੀਏ, ਤਾਂ ਆਪਾਂ ਰੋਡ ਦੀ ਥਿਕਨੈਸ ਲੈਣੇ ਹੁੰਦੇ ਆ 0, ਤਾਂ ਉਸਦਾ ਮੂਵਮੈਂਟ ਆਫ ਇਨਰਸ਼ੀਆ ਕਿੰਨਾ ਲਵਾਂਗੇ 0, ਜੇ ਐਕਸਿਸ ਐਵੇਂ ਪਾਸ ਕਰ ਰਿਹਾ, ਠੀਕ ਹੈ, ਸਮਝ ਗਏ। ਰੋਡ ਐਵੇਂ ਹੈ, ਜੇ ਐਕਸਿਸ ਐਵੇਂ ਪਾਸ ਕਰ ਰਿਹਾ ਤਾਂ ਇਟ ਵਿਲ ਰੋਟੇਟ ਲਾਈਕ ਦਿਸ।
तो ਇਹਦਾ मूवमेंट ऑफ इनर्शिया की लेना है 0। जे अपने को होवे होलो सिलेंडर, ਜਿਹੜਾ सिलेंडर अंदरों खाली ਹੁੰਦਾ है दैट इज कॉल्ड होलो सिलेंडर। ਹੁਣ 1 मिनट तो पहला वीडियो बंद होगी, सेम मैथड है, लिंक ते क्लिक कर लियो ओपन हो जाएगी। अपने को आह एक्सिस है तो ये क्रॉस मूवमेंट ऑफ इनर्शिया हो जाएगा mr²। ये रट्टे मारने पैणगे तुहानूं कि डिस्क वास्ते सॉरी सॉलिड सिलेंडर वास्ते हाफ mr² ते होलो वास्ते अपने को की हो जू mr²। दो तीन होर ने, एक कहंदा अपने को सॉलिड सिलेंडर। एक्सिस अपने को किवें है, आ वाला एक्सिस है z एक्सिस। तो z एक्सिस चुकी हो जू mr²/4 सॉलिड वाला जो लिखता सी अपन ने प्लस ml²/12। पहला नोट कर लो फिर एक्सप्लेन करता मैं, मतलब समझाना किवें देखना है। डायग्राम ड्रॉ करी चलो। आह क्यों स्क्रीन जाते हो? अच्छा एक चीज समझो थे सॉलिड सिलेंडर वास्ते, जे सॉलिड सिलेंडर का आ वाला एक्सिस सीगा, ठीक है, जे सॉलिड सिलेंडर का अपने को आ वाला एक्सिस सीगा। अब माइक जे बंद कर लो, माइक बंद कर लो बच्चे, बाली आवाज आनी ने। जे अपने को सॉलिड सिलेंडर का आ वाला एक्सिस है फिर तो इसकी वैल्यू है mr²/2। जे आपां विचों एक्सिस पास करते हैं, हाँ जी कितना नहीं कनेक्ट हो रहा? पीयूष दा मेरा दोबारा कर लवे, मैं तो एक्सेप्ट किया ही है, ये शो तो हो नहीं रहा, कोई रिक्वेस्ट तो मैंने शो नहीं कर रहा। पीयूष है भी नहीं। चलो जेडे सुन रहे हो सुन लो। अपने कोल जे अपने कोल एक्सिस इस तरीके का है दैन इट इज mr²/2। जे अपने कोल एक्सिस ए वाला है तो ये हो जाएगा एक हो जू mr²/4 क्योंकि सॉलिड है अपने कोल प्लस ml²/12। ठीक है, ये चाहे कह लो याद रखना पऊगा, बेसिकली है तो माइंड च वैसे क्लीयर कट दसा प्रैक्टिस कितनी रट्टा है। ਜਿਹੜੇ ਆਪਾਂ ਨੇ ਡੈਰੀਵੇਸ਼ਨ ਕੀਤੀ ਹੈ ਉਹ ਤਾਂ ਆਪਾਂ ਕਲੀਅਰ ਹੋ ਜਾਂਦੇ ਨੇ, ਬਾਕੀ ਸਾਰਿਆਂ ਦੀ ਡੈਰੀਵੇਸ਼ਨ ਤਾਂ ਹੈ ਨਹੀਂ ਆਪਾਂ ਨੂੰ ਸਿਲੇਬਸ 'ਚ, ਆਪਾਂ ਕਰਨੀ ਵੀ ਨਹੀਂ ਹੈ। ਠੀਕ ਹੈ, ਤੇ ਫਿਰ ਹੁਣ ਇੱਕ ਦੋ ਪਏ ਨੇ ਹੋਰ ਕਰਦੇ ਆ ਆਪਾਂ, ਨੋਟ ਕਰੀ ਚੱਲੋ ਤੁਸੀਂ ਸਿਰਫ। अपने को लेना है सॉलिड स्फीयर, नेक्स्ट वी हैव सॉलिड स्फीयर। स्फीयर है सॉलिड है, ਇਹਦੇ ਵਿੱਚੋਂ ਜਿੱਥੋਂ ਮਰਜ਼ੀ ਐਕਸਿਸ ਪਾਸ ਕਰ ਦੋ, ਸੇਮ ਹੀ ਬॉल ਰਬੜ ਬॉल ਜਿਸਨੂੰ ਆਪਾਂ ਕਹਿ ਸਕਦੇ ਹਾਂ। ਠੀਕ ਹੈ, ਤਾਂ ਐਕਸਿਸ ਜਿੱਥੇ ਮਰਜ਼ੀ ਹੋ ਸਕਦਾ ਉਹ ਸਿਰਫ ਸੈਂਟਰ ਚੋਂ ਪਾਸ ਕਰੇ। ਟੇਡਾ ਮੇਡਾ ਜਿਹੜਾ ਮਰਜ਼ੀ ਐਕਸਿਸ ਹੋਵੇ ਗੱਲ ਇੱਕੋ ਰਹਿਣੀ ਹੈ।
ਤਾਂ ਉਹਦਾ ਹੋ ਜਾਂਦਾ ਆਪਣੇ ਕੋਲ 2/5 mr²। ਫੋਰ ਸੋਲਿਡ ਸਫੀਅਰ ਜਿਹੜਾ ਅੰਦਰੋਂ ਫਿਲਡ ਹੈ, ਐਗਜ਼ਾਮਪਲ ਇਹਦੀ ਲਵਾਂਗੇ ਆਪਾਂ ਰਬੜ ਬਾਲ ਜਿਹੜੀ ਅੰਦਰੋਂ ਫਿਲਡ ਹੁੰਦੀ ਹੈ, ਤਾਂ ਉਹਦੇ ਵਿੱਚੋਂ ਜਿਹੜਾ ਮੂਵਮੈਂਟ ਆਫ ਇਨਰਸ਼ੀਆ ਹੋਣਾ ਹੈ ਉਹ ਕਿੰਨਾ ਹੋ ਜਾਊਗਾ 2/5 mr²। ਇਹਦਾ ਕੋਈ z ਐਕਸਿਸ ਨਹੀਂ ਹੈ, ਇਹਦਾ ਕੋਈ x ਐਕਸਿਸ ਨਹੀਂ ਹੈ, ਇਹਦਾ ਕੋਈ y ਐਕਸਿਸ ਨਹੀਂ ਹੈ, ਬਿਕੋਜ਼ ਸਾਰੇ ਇੱਕੋ ਨੇ, ਮਤਲਬ ਇੱਕੋ ਹੈ। ਠੀਕ ਹੈ, ਫਿਰ ਆਪਣੇ ਕੋਲ ਆਉਂਦਾ ਹੈ ਜੇ ਹੋਵੇ ਆਪਣੇ ਕੋਲ ਹੋਲੋ ਸਫੇਅਰ। ਸਫੇਅਰ ਦੀ ਐਗਜ਼ਾਮਪਲ, ਹਾਂਜੀ 2/5 mr²। ਇਹਦਾ ਕੋਈ z ਐਕਸਿਸ ਨਹੀਂ ਹੈ, ਇਹਦਾ ਕੋਈ x ਨਹੀਂ ਹੈ, ਇਹਦਾ ਕੋਈ y ਨਹੀਂ ਹੈ, ਬਿਕੋਜ਼ ਬੋਡੀ ਸਿਮੈਟ੍ਰਿਕ ਹੈ। ਤਾਂ ਸਿਮੈਟ੍ਰਿਕ ਦੇ ਕਾਰਨ ਜਿਹੜੇ ਮਰਜ਼ੀ ਸਿਲੰਡਰ ਦਾ, ਸੋਲਿਡ ਸਿਲੰਡਰ ਦਾ ਸੀਗਾ ਆਪਣੇ ਕੋਲ mr²/2, ਜਿੱਥੋਂ ਮੈਨੂੰ ਯਾਦ ਹੈ ਜਿਹੜਾ ਆਪਾਂ ਨੇ ਕੀਤਾ ਸੀਗਾ 7th 8th ਕੀਤਾ ਹੋਊਗਾ, ਆਈ ਗੈਸ 7th ਜਾਂ 8th ਕੀਤਾ ਹੋਊਗਾ। ਫਿਰ ਇੱਕ ਸੀਗਾ ਆਪਣੇ ਕੋਲ ਜੇ ਐਕਸਿਸ ਐਵੇਂ ਪਾਸ ਕਰ ਰਿਹਾ, ਦੇਖ ਲਓ ਜੇ ਐਕਸਿਸ ਐਵੇਂ ਪਾਸ ਕਰ ਰਿਹਾ ਫਿਰ mr²/2 ਹੈ ਆ ਸੋਲਿਡ ਦਾ। ਜੇ ਐਕਸਿਸ ਐਵੇਂ ਪਾਸ ਕਰ ਰਿਹਾ ਆ ਵਾਲਾ z ਐਕਸਿਸ, ਫਿਰ ਹੋ ਜਾਊਗਾ ml²/12 ਜੋ ਆਪਣੇ ਕੋਲ ਰੋਡ ਦਾ ਸੈਂਟਰ ਹੁੰਦਾ ਹੈ, ਪਲੱਸ mr²/4। ਇਹ ਵੈਸੇ ਕੋਈ ਖਾਸ ਗੱਲ ਨਹੀਂ, ਯੂਜ਼ ਨਹੀਂ ਹੋਣਾ ਕੋਈ। ਆਹ ਵਾਲਾ ਕਹਿ ਰਹੇ ਸੀ ਤੁਸੀਂ, ਆਈ ਗੈਸ ਹੋਲੋਸਫੇਅਰ ਕੀ ਹੋਊਗਾ, ਪਲਾਸਟਿਕ ਬਾਲ। ਜਿਵੇਂ ਆਪਣੇ ਕੋਲ ਪਲਾਸਟਿਕ ਬਾਲ ਹੁੰਦੀ ਹੈ, ਤਾਂ ਉਹਦੇ 'ਚ ਕੀ ਹੋ ਜਾਊਗਾ ਆਪਣੇ ਕੋਲ 2/3 mr²। ਫੋਰ ਹੋਲੋਸਫੇਅਰ। ਫਿਰ ਇੱਕ ਆ ਜਾਂਦਾ ਆਪਣੇ ਕੋਲ ਡੋਰ। ਡੋਰ ਆਪਣੇ ਕੋਲ ਕਿਵੇਂ ਆ ਜਾਂਦਾ ਹੈਗਾ, ਐਵੇਂ ਕਹਿ ਸਕਦੇ ਹਾਂ, ਤਾਂ ਇਹ ਰੋਟੇਟ ਕਰ ਸਕਦਾ ਹੈ ਇਸ ਸਾਈਡ ਵੀ ਇਸ ਸਾਈਡ ਵੀ। ਤਾਂ ਇਹਦਾ ਆਪਣੇ ਕੋਲ ਕੀ ਆਉਂਦਾ, ਡੋਰ ਦਾ ਕਿੰਨਾ ਆਉਂਦਾ ਹੈ ml²/3। ਰੀਜ਼ਨ ਸੁਣ ਲਓ ਕੀ ਹੈ, ਜਿਹੜਾ ਆਪਣਾ ਡੋਰ ਹੁੰਦਾ ਹੈ, ਲੈਟਸ ਸੇ ਆਹ ਡੋਰ ਹੈ, ਤਾਂ ਡੋਰ ਇੱਥੋਂ ਐਵੇਂ ਘੁੰਮੂਗਾ, ਤਾਂ ਇਹ ਆਪਣੇ ਕੋਲ ਰੋਡ ਦੇ ਐਜ ਵਾਲਾ ਕੇਸ ਨਹੀਂ ਆ ਗਿਆ ਕਿ ਇੱਕ ਰੋਡ ਹੈ ਆਪਣੇ ਕੋਲ, ਉਹਦਾ ਐਜ ਸੈਂਟਰ ਚੋਂ ਸੀ ml²/12, ਐਜ ਚੋਂ ਕਿੰਨਾ ਹੁੰਦਾ ਆਪਣੇ ਕੋਲ ml²/3। ਤਾਂ ਆਪਣੇ ਕੋਲ ਡੋਰ ਤੇ ਰੋਡ ਸੇਮ ਸ਼ੇਪ ਕਰਨਗੇ। ਨੋਟ ਹੋ ਗਿਆ ਸਾਰਿਆਂ ਦਾ, ਹਾਂਜੀ ਸੇਮ ਗੱਲ ਹੈ ਬੱਚੇ, ਕਿਉਂਕਿ ਹੋਲੋ ਹੋਵੇ ਚਾਹੇ ਸੋਲਿਡ ਹੋਵੇ, ਬੋਡੀ ਤਾਂ ਸਿਮੈਟ੍ਰਿਕ ਹੈ, ਉਹਦਾ ਕੋਈ ਸ਼ੇਪ ਨਹੀਂ ਹੈ ਨਾ ਬੋਡੀ ਦੀ, ਆਪਣੇ ਕੋਲ ਸਫੈਰੀਕਲ ਹੈ, ਜਿੱਥੋਂ ਮਰਜ਼ੀ ਦੇਖੋਗੇ ਸਫੇਅਰ ਲੱਗੂਗਾ। ਜੇ ਆਪਣੇ ਕੋਲ ਕੋਈ ਰੋਡ ਹੈ, ਉੱਪਰੋਂ ਦੇਖਾਂਗੇ ਰੋਡ ਦਿਖੂਗੀ, ਜੇ ਐਵੇਂ ਦੇਖੋਗੇ ਕੀ ਦਿਖੂਗਾ, ਇੱਕ ਡਾਟ ਦਿਖੂਗੀ। ਠੀਕ ਹੈ, ਜੇ ਆਪਾਂ ਡਾਟ ਦੇਖਦੇ ਹਾਂ ਤਾਂ ਵੀ ਐਵੇਂ ਜੋ ਸਿਸਟਮ ਜਿਹਾ ਹੋ ਜਾਂਦਾ ਹੈਗਾ। ਤੇ ਇਹਦੀ ਕੋਈ ਸ਼ੇਪ ਜਿੱਥੋਂ ਮਰਜ਼ੀ ਵਿਜ਼ੂਅਲਾਈਜ਼ ਕਰ ਲਓ, ਦਿਖੂਗਾ ਇਹ ਸਰਕਲ ਹੀ ਦਿਖੂਗਾ, ਚਾਹੇ ਹੋਲੋ ਹੈ ਚਾਹੇ ਸੋਲਿਡ ਹੈ। ਨੋਟ ਹੋ ਗਿਆ ਸਾਰਿਆਂ ਦਾ, ਯਾਦ ਤੁਸੀਂ ਇੱਕ ਦੋ ਵਾਰ ਲਿਖ ਕੇ ਦੇਖਣੇ ਪੈਣਗੇ, ਉਹ ਮੈਂ ਪ੍ਰੈਕਟਿਸ ਕਰਵਾ ਦੂੰਗਾ ਜਿਵੇਂ ਡਾਇਮੈਂਸ਼ਨਸ ਯਾਦ ਰੱਖੀਆਂ ਸੀਗੀਆਂ। ਹੁਣ ਜੇ ਆਪਣੇ ਕੋਲ ਆ ਜਾਂਦਾ ਹੈ, ਯਾਦ ਕਰੋ ਇੱਕ ਤਾਂ ਆਪਾਂ ਨੇ ਰੋਡ ਦਾ ਕੀਤਾ ਹੈ, ਤਿੰਨ ਤਾਂ ਰੋਡ ਦੇ ਹੋ ਗਏ, ਕਿਹੜੇ ਕਿਹੜੇ, ਜੇ ਰੋਡ ਦੇ ਸੈਂਟਰ ਚੋਂ ਹੈ ਦੈਨ ਇਟ ਇਜ਼ ml²/12, ਜੇ ਰੋਡ ਦੇ ਐਜ ਤੋਂ ਹੈ ਦੈਨ ਇਟ ਇਜ਼ ml²/3, ਜੇ ਡੋਰ ਹੈ ਡੋਰ ਵੀ ਇੱਥੋਂ ਹੋਊਗਾ, ਇਹ ਕਿੰਨਾ ਹੋ ਜਾਂਦਾ ਆਪਣੇ ਕੋਲ, ਡੋਰ ਵੀ ਕਿੰਨਾ ਹੁੰਦਾ ਆਪਣੇ ਕੋਲ ml²/3। ਠੀਕ ਹੈ, ਤਿੰਨ ਹੋ ਗਏ। ਜੇ ਰੋਡ ਦੇ ਵਿੱਚੋਂ ਹੈ, ਇੱਥੋਂ ਹੈ, ਤਾਂ ਐ ਰੋਟੇਟ ਕਰੂਗਾ ਤਾਂ ਕਿੰਨਾ ਹੋ ਜਾਂਦਾ 0, 4 ਹੋ ਗਏ। ਫਿਰ ਆ ਜਾਂਦੇ ਦੋ ਡਿਸਕ ਦੇ, ਦੋ ਉਹਦੇ ਆਪਣੇ ਕੋਲ ਰਿੰਗ ਦਾ ਕੀ ਹੈ, ਜੇ ਸੈਂਟਰ ਐਕਸਿਸ ਹੈ ਦੈਨ mr², ਜੇ ਪਲੇਨਰ ਐਕਸਿਸ ਹੈ ਦੈਨ ਇਟ ਇਜ਼ mr²/2। ਸੇਮ ਜੇ ਡਿਸਕ ਦਾ ਸੈਂਟਰ ਐਕਸਿਸ ਹੈ then it is mr²/2, ਜੇ ਡਿਸਕ ਦਾ ਆਹ ਵਾਲਾ ਐਕਸਿਸ ਹੈ then it is mr²/4। ਠੀਕ ਹੈ, ਉਹ ਆਪਾਂ ਨੇ ਡੈਰੀਵੇਸ਼ਨ, ਹਾਂਜੀ ਸਿਲੰਡਰ ਇੱਕ ਹੋਲੋ ਇੱਕ ਸੋਲਿਡ ਹੈ, ਹੋਲੋ ਵਾਸਤੇ mr² ਹੈ, ਸੋਲਿਡ ਵਾਸਤੇ ਕਿੰਨਾ ਹੈ mr²/2 ਹੈ। ਜੇ ਸਾਈਡ ਤੋਂ ਹੈ ਤਾਂ ਐਵੇਂ mr²/2, ਜੇ ਸੈਂਟਰ ਚੋਂ ਹੈ ਤਾਂ ml²/12 ਪਲੱਸ mr²/4। ਸਫੇਅਰ ਵਾਸਤੇ ਸੋਲਿਡ ਸਫੇਅਰ ਹੈ, ਹੋਲੋ ਸਫੇਅਰ ਹੈ, ਇੱਕ ਬਾਈ 2/5 ਇੱਕ ਬਾਈ 2/3 ਹੈ। ਹੋ ਗਏ ਕੰਪਲੀਟ, ਕੋਈ ਬਚਿਆ ਹੀ ਨਹੀਂ। ਇਹ ਤਾਂ ਪ੍ਰੈਕਟਿਸ ਨਾਲ ਆਪਣਾ ਹੋ ਜਾਣਾ ਯਾਦ, ਕੋਈ ਖਾਸ ਗੱਲ ਨਹੀਂ ਹੈ। ਤਿੰਨ ਇੱਕ ਕੁਐਸਚਨ ਕਰੂੰਗਾ, ਪਹਿਲਾਂ ਦੱਸ ਰਿਹਾ ਤਿੰਨ ਛੋਟੇ ਛੋਟੇ ਕੁਐਸਚਨਸ ਨੇ, ਫਿਰ ਵੇਲੇ ਤੁਸੀਂ। ਠੀਕ ਹੈ, फिर क्योंकि नेक्स्ट टॉपिक स्टार्ट हो, मैं नेक्स्ट कोई टॉपिक स्टार्ट नहीं कराऊंगा। A rod has length 2 meter, mass 5 kg, find its moment of inertia
through z axis and AB axis. तो डायग्राम देख लो, आ z एक्सिस है, आ AB एक्सिस है, ठीक है। करो फाइंड, एक IZ फाइंड करना है, एक IAB करना है, सिंपल जा क्वेश्चन है। IZ वाले दी वैल्यू करो ml स्क्वायर बाय 12, IAB की हो जाऊगा ml स्क्वायर बाय 3, मास कितना है 5, लेंथ कितनी है 2 बाय 12, तो ये कैंसिल हो गए, बन जू 5 बाय 3 यूनिट्स हो जू kg मीटर स्क्वायर। क्लियर सारे नु, तो ये बन गया आंसर 5 बाय 3 kg मीटर स्क्वायर। वैल्यूज पुट कीती ने, जे ml AB कटना तो की हो जाऊगा, मास कितना है 5, लेंथ कितनी मीटर, पॉइंट च वैल्यू कटन दी बजाय केड़े वाला रॉड वास्ते अपने कोल केड़े फॉर्मूले ने बच्चे हुणे कीते सीगे, जे सेंटर है तो आप कितों करांगे ml स्क्वायर बाय 12, जे अपने कोल साइड एक्सिस आ वाला ਤਾਂ ਕੀ ਹੁੰਦਾ ਹੈ ml स्क्वायर बाय 3, डेरिवेशन ਦਾ ਕੀਤੀ ਸੀ ਭੁੱਲ ਗਏ ਜਸ਼ਨ, ਜਸ਼ਨ ਭੁੱਲ ਗਏ ਇਹਨਾਂ ਤੇ ਡੈਰੀਵੇਸ਼ਨ ਵੀ ਕੀਤੀ ਬੱਚੇ ਆਪਾਂ ਨੇ। चलो गुड, फिर ICD कटो, मैं मान लूंगा ਤੁਹਾਨੂੰ आ गया सारा मैथड समझ। ICD सही कर दो, ICD किवें कटांगे सचिन, केड़ा फार्मूला लगू, अनमोल, सचिन ने क्लासेस नहीं लगाई, ठीक है कोई चक्कर नहीं। अनमोल क्लास च हो बच्चे, अनमोल है नहीं क्लास अज, पलक बोल नहीं रहे कि क्लास च नहीं है, पलक तो हैगी है कितना, मैंने बच्चे फॉर्मूला पूछे है, फॉर्मूला फॉर्मूला केड़ी थ्योरम लगूगी, थ्योरम दसो, पैरेलल एक्सिस ते परपेंडिकुलर एक्सिस, बिल्कुल सही है, तो किवें लगूगी, नहीं जिस तो पूछा जा रहा उन्होंने बोलने दो पुत्र, ताई डाउट्स होना दे क्लियर होंगे। सनाक्षी तुसी दसो बच्चे किवें लगू, सनाक्षी सुन गया गलत है, पैरेलल एक्सिस थ्योरम किवें लगूगी, मैं तो ये गल कर रहा, गगन मैं पूछा तुहाडे तो, थोड़े जे 2-4 तो पूछण भी दो मैनू, कुनाल 20/3 वाला, ना तो आंसर है 20/3 है, ना ml स्क्वायर बाय 3 है, ठीक है। तो ICD की वैल्यू की होगी, ध्यान नाल देखो, ICD की अपने कोल एक हो जू IZ प्लस MH स्क्वायर, खत्म। IZ की वैल्यू कितनी होंगी है ml स्क्वायर बाय 12, वैल्यूज एग्जैक्ट वाली बाद पुट करांगे, प्लस मास कितना m, हुण CD ते Z एक्सिस दे विचकार डिस्टेंस कितना है L/3, खत्म आंसर। It would be ml स्क्वायर बाय 12 प्लस ml स्क्वायर बाय 9। सारिਆਂ ਨੂੰ क्लियर किवें कीता,
बिल्कुल सही है बच्चे, ताई पैरेलल एक्सिस है। पर डिस्टेंस कितना CD ਦੇ ਉਹਦੇ ਵਿਚਕਾਰ L/2 है कि L/3 है? यस, बस इस वैल्यू पुट कर दो तो हो जू अपने को 5/3 आ जू प्लस मास 5 लेंथ कितनी है 2²/9। सॉल्व कर लियो जिन्नी भी वैल्यू की आ चीज़ है नोट करके मैंने कंफर्म करो, फिर मैं नेक्स्ट क्वेश्चन पाऊँ फिर वेट करा। स्टेप सारे क्लीयर हो गया ना हूँ? IAB वाला IAB डायरैक्ट वैल्यू सी बच्चे याद करो, जे अपने कोल जेड़ा एक्सिस है वो एज तो पास करता है तो ਉਹਦਾ ਫਾਰਮੂਲਾ ਹੁੰਦਾ ml²/3 डायरैक्ट है। डेरिवेशन मैं तो कहूँगा डी डेरिवेशन चेक कर लो, ਉਹਦਾ स्पेशल केस किया ਸੀਗਾ, अगले दिन रिपीट भी किया यार, क्यों कंफ्यूज हो रहे हो? इसलिए कहना हूँ ना कर लिया करो। नहीं प्लस होता है एक बार ना बच्चे इस टॉपिक ना थोड़ा जा मैथमेटिकली समझ लो, फिर थ्योरेटिकल डिस्कस करूंगा मैं। एक बार मैथमेटिकली समझ लो, थ्योरेटिकल मैं डिस्कस करूंगा तो पल्ले पै जाना उस चीज़ का। नेक्स्ट क्वेश्चन देख लो हुण, टेढ़ा मेढ़ा क्वेश्चन है पहला दस रहे हैं। लास्ट क्वेश्चन है रिंग हैज होगा छोटा जो कोई लेंथी क्वेश्चन नहीं होना, हैज रेडियस r एंड मास m, फाइंड i अबाउट एक्सिस। मैं पहला दस रहा मैं डायग्राम तो नहीं तुहाडे तो पूछ रहा कुछ हूँ, तुहाडे तो वर्डिंग करके फिर पूछ रहा क्योंकि बुक दे विच वर्डिंग हुंदी है, डायग्राम्स नहीं हुंदियां। i अबाउट एक्सिस टेंजेंट टू सरफेस and in its plane, tangent to its surface and in its plane। the wording समझो, about axis tangent to surface अपने कोल की एक अपने कोल रिंग है, तो अपने कोल की है रिंग है, ठीक है। इस रिंग दी टेंजेंट टू द सर्फेस, टेंजेंट टू द सर्फेस है चलो, ठीक है, बट इन द प्लेन आओ, एक हुंदा परपेंडिकुलर टू द प्लेन, ये इन द प्लेन। तो अपने कोल एक एक्सिस हो गया आ वाला, ध्यान नाल देखो IX, तो जेड़ा ਆਪਾਂ ने आ CD एक्सिस में मार्क कर रहे हैं एक ही है इन द प्लेन है, तो ये IX दे की हो जाऊगा पैरेलल हो जू, सारे दिख रहे वर्ड यूज किया है टेंजेंट टू द सरफेस एंड इन इट्स प्लेन। इन इट्स प्लेन का मतलब आ होंगे, सेकंड वर्ड आऊगा अपने को टेंजेंट टू सरफेस एंड परपेंडिकुलर टू प्लेन। तो वो किमें होगा वो भी देख लो, वो कुछ इस टाइप का होगा, अपने को रिंग है आ हो जाऊगा टेंजेंट परपेंडिकुलर टू द प्लेन, सारे विजिबल हो रहे हैं, तो अपने को इसनू AB एक्सिस कह देंगे, तो वो IZ दे पैरेलल होगा। डिफरेंस सारे क्लीयर है, एक अपने को इन द प्लेन एक्सिस टेंजेंट टू द सरफेस है, एक अपने को की है परपेंडिकुलर टू द प्लेन है। जे इन द प्लेन है तो वो X एक्सिस दे पैरेलल हो, जे परपेंडिकुलर टू द प्लेन है तो Z एक्सिस दे पैरेलल हो। क्लियर? तो अपने कोल पहले स्टैप दे विच ICD किवें फाइंड करांगे, फाइम हुण तुसीं दसो बच्चे। फाइम यस, ध्यान रखना है रिंग है, दिस इज रिंग, दिस इज रिंग नॉट डिस्क।
आंसर नहीं पूछा मैंने फॉर्मूला पूछा पैरेलल एक्सिस थ्योरम लगू दोनों ਦੇ ਵਿੱਚ ਲੱਗੂ ਕਿਵੇਂ ICD ਕਿਤੇ ਨਿਕਲੂਗਾ is equal to I something plus mh square ਇੱਥੇ ਕੀ ਆਊ CD एक्सिस ਦੇ ਪੈਰ yes ਤਾਂ CD ਕਿਹਦੇ ਪੈਰਲਲ ਹੈ x ਦੇ x एक्सिस ਦੇ ਪੈਰਲਲ ਹੈ ਤਾਂ IX plus mh square ਆਊ ਸਾਰਿਆਂ ਨੂੰ ਕਲੀਅਰ ਜਸ਼ਨ IX ਦੀ ਵੈਲਿਊ ਦੱਸ ਫਿਰ ਜਸ਼ਨ ਬਹੁਤ ਸਿੰਪਲ ਹੈ ਹੁਣੀ ਆਪਾਂ ਨੇ ਲਿਖੀ ਸੀ ਰਿੰਗ ਦੇ ਪਲੇਨਰ ਐਕਸਿਸ ਦਾ ਆਪਣੇ ਕੋਲ ਪਲੇਨਰ ਐਕਸਿਸ ਹੈ ਜਿਹੜਾ ਪਲੇਨ ਦੇ ਵਿੱਚੋਂ ਪਾਸ ਕਰ ਰਿਹਾ M ਰਿੰਗ ਹੈ ਰਿੰਗ ਦੇ ਵਿੱਚ L ਨਹੀਂ ਹੁੰਦਾ R ਹੁੰਦਾ ਹੈ ਕਾਪੀ ਤੇ ਦੇਖੋ नहीं mr square डिवाइड बाय समथिंग होगा well नहीं होना anyone else दानिश सुनैना सचिन mr square by 2 l नहीं होगा इथे r होगा बिल्कुल सही है तो अपने को h कितना है ठीक है देख लिया हाँ जी L लिखवा गया मैं R ਆਊਗਾ ਉੱਥੇ ਕਰੈਕਟ ਕਰ ਲਿਓ ਭਾਈ ਰਿੰਗ ਡਿਸਕ ਦੇ ਵਿੱਚ ਰੇਡੀਅਸ ਹੁੰਦਾ ਹੈ ਲੈਂਥ ਨਹੀਂ ਹੁੰਦੀ ਫਿਰ ਮੇਰੇ ਤੋਂ ਗਲਤ ਲਿਖਵਾਇਆ ਗਿਆ ਉਹ ਤੁਸੀਂ ਕਰੈਕਟ ਕਰ ਲਓ ਆਪਣੇ ਕੋਲ h ਕੀ ਹੋਊਗਾ the distance between CD and x ਬਸ ਆਨਸਰ ਖਤਮ ਤਾਂ ਕਿੰਨਾ ਬਣ ਗਿਆ 3/2 mr square ਸਿੰਪਲ ਹੁਣ ਨੈਕਸਟ ਵਾਲਾ ਦੱਸੋ ਕੀ ਬਣੂਗਾ ਫਿਰ ਨੈਕਸਟ ਵਾਲਾ ਇਸ ਤੋਂ ਸੌਖਾ ਹੋਊਗਾ ਕਿਹਦੀ ਵੈਲਿਊ ਹੈ IAB ਦਾ ਫਾਰਮੂਲਾ ਕੀ ਚੱਲੂਗਾ I plus mh square ਬਿਲਕੁਲ ਸਹੀ ਹੈ IZ ਦੀ ਵੈਲਿਊ ਕਿੰਨੀ ਦਿਖੂਗੀ ਹੋਪ ਤੁਸੀਂ ਆਹ ਵਾਲੀ ਚੀਜ਼ ਨੋਟ ਕਰ ਲਿਓਗੇ ਸਾਰਿਆਂ ਨੇ ਬਾਕੀਆਂ ਨੂੰ ਦੇਖਣ ਦਿਓ सुनैना IZ ਦੀ ਵੈਲਿਊ ਬਿਲਕੁਲ ਸਹੀ ਹੈ h ਦੀ ਵੈਲਿਊ ਅਗੇਨ ਆਪਣੇ ਕੋਲ ਕਿੰਨੀ ਆ ਵਾਲੀ ਖਤਮ ਆਨਸਰ ਕਿੰਨਾ ਬਣਿਆ ਆਨਸਰ ਖਤਮ ਕਲੀਅਰ ਸਾਰਿਆਂ ਨੂੰ ਤੇ ਰੇਡੀਅਸ r ਹੈ ਨਾ ਮਤਲਬ ਜਿਹੜਾ ਰਿੰਗ ਤੇ ਡਿਸਕ ਵਾਲਾ ਉੱਥੇ ਜੇ l ਲਿਖਵਾਇਆ ਗਿਆ ਮੇਰੇ ਤੋਂ ਤਾਂ ਤੁਸੀਂ r ਕਰ ਲਓ ਬੱਚੇ ਗਲਤ ਲਿਖਵਾਇਆ ਗਿਆ ਮੇਰੇ ਤੋਂ ਫਿਰ ਹਾਂਜੀ ਹਾਂਜੀ ਡਿਸਕ ਵੀ ਆਪਣੇ ਕੋਲ ਰੇਡੀਅਸ ਹੀ ਹੁੰਦਾ ਨਾ ਡਿਸਕ ਦਾ ਵੀ r ਹੀ ਆਊਗਾ ਚਲੋ ਅੱਜ ਲਈ ਇੰਨਾ ਬਹੁਤ ਹੈ ਠੀਕ ਹੈ ਹੋਰ ਮੈਂ ਕੁਝ ਨਹੀਂ ਕਰਵਾ ਰਿਹਾ ਬਾਕੀ ਕੱਲ ਤੁਸੀਂ ਟੈਸਟ ਦੀ ਤਿਆਰੀ ਕਰੋ 4th यूनिट ਦੇ good evening to all complete 4th यूनिट